ਵਾਹਿਗੁਰੂ ਸਾਹਿਬ ਜੀ। हे प्राणनाथ गोबिंदे, कृपा निधान जगत गुरु। हे संसार ताप हरणे, करुणा में सब दुख हरो। हे शरण जोग दयाले, दीनानाथ मया करो। शरीर स्वस्थ क्षीण समय, सिमरंत नानक राम। दामोदर माधव अगम अगोचर, सच साहिब मेरा। नानक बोले बुलाया तेरा। नानक बोले बुलाया तेरा। सच्चे पातशाह जी की हजूरी दे जुड़ मिल के बैठी वडभागी साध संगत जी, गुरु का संदेश उपदेश, गुरु की कुछ बातां दास आप नाले सांझियां करे। उस तो पहले दर घर की चली आई मर्यादा अनुसार दोए हाथ जोड़ अदब सहित फतेह बुलाई सारे प्रवान करो जी। वाहिगुरु जी का खालसा, वाहिगुरु जी की फतेह। सुबह बेनती की सी गुरु ग्रंथ साहब जी महाराज की बाणी दे मुख रूप दे तीन विषय हैं। एक नाम जपण की प्रेरणा का, दूजा नाम ना जपण वालियां नूं ताड़ना का, ते तीजा विषय है नाम जपण वालियां दी वडियाई दा। सिख नूं सच्चे पातशाह ने दो चीज़ां दी बरकत दिती है, अंदर सिमरन, बाहर सेवा। सिमरन मूल शक्ति है, मूल ताकत है। उथों जो कुछ भी फुटदा है फिर वो सेवा आउंदी है। जै जै जाऊं तहां तेरी सेवा, तुझसों ठाकुर और ना देवा। जो भी करदा है, जैसा भी करदा है सिमरन वाला पुरख, वो सेवा आउंदी है। लोड़ पैंदी है तो मशक दे राही पानी पिलाण दी सेवा करदा है। लोड़ पैंदी है तो खंडा चुक के वो जालम दा सिर उतारन दी भी सेवा करदा है। ये दोनों सेवावां आउंदियां ने। सेवा एक पक्ष दी नहीं, मनुखता दे भले लई जेड़ी लोड़ है सिमरन करन वाला वो करदा है तो वो सेवा है। इस सिमरन दी पहली गल है गुरु ग्रंथ साहब जी महाराज की बाणी दे नाम जपण दी प्रेरणा। उस प्रेरणा नूं देण वास्ते सच्चा पातशाह ने जो जो पात्र मुख रखे ने वो बड़े कमाल दे हैं। सुबह बेनती की सी, जिन्हां नूं अगे रख के नाम जपण दी प्रेरणा देंदे ने वो समाज दे जीवन दे सब तो नीवें पद्धर दे वो पात्र सतगुरु ने अगे रखे ने। जैसे मृत गनकासी उधरी, ताको जस उरधारो। अजामल पापी जग जाने, निमख माए निस्तारा। नानक कहत चेत चिंतामन, तैं भी उतरस पारा। क्यों कहा है? गनका कोई आम फैम स्त्री नहीं सी, कोई व्याई हुई सुहागन स्त्री नहीं सी। इतनी थल्ले डिगी हुई सी जो उस तो थल्ले डिगण की जगह ही नहीं सी। अजामल इतना नीवें पद्धर दा हो गया सी
ਇਸ ਤੋਂ ਥੱਲੇ ਨੀਵਾਂ ਪੱਧਰ ਹੋ ਹੀ ਨਹੀਂ ਸਕਦਾ। ਅਸੀਂ ਸਤਿਗੁਰੂ ਕੋਲ ਪੁੱਛੀਏ, ਗਰੀਬ ਨਵਾਜ਼, ਜੇ ਸਿਮਰਨ ਦੀ ਪ੍ਰੇਰਣਾ ਦੇਣੀ ਹੈ, ਕਿਸੇ ਬ੍ਰਹਮ ਗਿਆਨੀ ਨੂੰ ਅੱਗੇ ਰੱਖ ਕੇ ਦਿਓ, ਕਿਸੇ ਤਤਵੇਤਾ ਦੀ ਗੱਲ ਕਰੋ। ਸਿਮਰਨ ਦੀ ਹੀ ਪ੍ਰੇਰਣਾ ਦੇਣੀ ਹੈ ਤਾਂ ਕਿਸੇ ਪਹੁੰਚੇ ਹੋਏ ਪੁਰਖ ਨੂੰ ਅੱਗੇ ਰੱਖੋ, ਤਾਂ ਕਿ ਉਸ ਨੂੰ ਵੇਖ ਕੇ ਅਸੀਂ ਨਾਮ ਜਪੀਏ। ਤੁਸੀਂ ਨਾਮ ਜਪਣ ਦੀ ਪ੍ਰੇਰਣਾ ਦੇ ਰਹੇ ਹੋ ਗਨਕਾ ਨੂੰ ਅੱਗੇ ਰੱਖ ਕੇ, ਪਾਪਣ ਨੂੰ ਅੱਗੇ ਰੱਖ ਕੇ, ਅਜਾਮਲ ਨੂੰ ਅੱਗੇ ਰੱਖ ਕੇ, ਜੋ ਪਾਪੀ ਹੈ। ਜਗ ਜਾਣੇ, ਸਤਿਗੁਰੂ ਕਹਿੰਦੇ ਨੇ, ਇੱਕ ਅਦ ਨਹੀਂ, ਅਜਾਮਲ ਪਾਪੀ ਜਗ ਜਾਣੇ, ਸਾਰਾ ਸੰਸਾਰ ਜਾਣਦਾ ਹੈ। ਉਹਦਾ ਨਾਂ ਕਿਉਂ ਅੱਗੇ ਰੱਖਦੇ ਹੋ? ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਇੱਕ ਦੇਣ ਹੈ। ਨੀਵੇਂ ਤੋਂ ਨੀਵੇਂ ਪੱਧਰ ਦਾ ਵੀ ਕੋਈ ਪੁਰਖ ਹੈ, ਉਸ ਦੇ ਵਾਸਤੇ ਇੱਕ ਉਮੀਦ ਛੋੜੀ ਹੈ। ਜੇ ਇਤਨੇ ਨੀਵੇਂ ਪੱਧਰ ਦੇ ਪੁਰਖ ਨਾਮ ਜਪ ਕੇ ਆਪਣਾ ਉਧਾਰ ਕਰ ਸਕਦੇ ਨੇ, ਤੂੰ ਆਪਣੇ ਪਾਸੇ ਵੇਖ, ਇਤਨਾ ਨੀਵਾਂ ਤੇ ਅਜੇ ਨਹੀਂ ਹੋਇਆ ਨਾ। ਅਜਾਮਲ ਵਰਗਾ ਤਾਂ ਹੋਇਆ ਹੀ ਨਹੀਂ, ਗਨਕਾ ਵਰਗਾ ਤਾਂ ਹੋਇਆ ਹੀ ਨਹੀਂ। ਜਦੋਂ ਇਹ ਉਧਾਰ ਕਰ ਲੈਂਦੇ ਨੇ ਸਿਮਰਨ ਕਰਕੇ, ਤੇਰਾ ਵੀ ਉਧਰ ਜਾਏਗਾ। ਇਸ ਵਾਸਤੇ ਪ੍ਰੇਰਨਾ ਦਿੱਤੀ ਹੈ। ਸੁਬਾ ਬੇਨਤੀ ਕੀਤੀ ਸੀ, ਇੱਕ ਪ੍ਰੇਰਨਾ ਬੱਚਿਆਂ ਨੂੰ ਅੱਗੇ ਰੱਖ ਕੇ ਦਿੱਤੀ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਪ੍ਰਹਿਲਾਦ ਬੱਚੇ ਸਨ, ਫਿਰ ਇਹਨਾਂ ਦਾ ਆਸਾ ਪਾਸਾ ਕੋਈ ਇਹਨਾਂ ਦੇ ਹੱਕ ਵਿੱਚ ਨਹੀਂ ਸੀ, ਵਿਰੋਧੀ ਸੀ। ਅਖੀਰ ਤੱਕ ਦੋਵਾਂ ਦੇ ਆਸਾ ਪਾਸਾ ਘਰ ਦੇ ਵਿੱਚ ਇਹਨਾਂ ਦੀ ਵਿਰੋਧਤਾ ਦੇ ਸੀ। ਪ੍ਰਹਿਲਾਦ ਦਾ ਬਾਪ ਜ਼ਾਲਮ, ਮਾਂ ਡਰਪੋਕ, ਉਸਤਾਦ ਪੱਲਾ ਝਾੜਨ ਵਾਲੇ। ਤੇ ਕਦੀ ਐਸਾ ਨਾ ਸਮਝਣਾ ਜੋ ਸਿਮਰਨ ਕੀਤਿਆਂ ਸਾਡੇ ਹੱਕ ਵਿੱਚ ਸਾਰੇ ਖੜੇ ਹੋ ਜਾਣਗੇ। ਐਸਾ ਕਦੀ ਨਹੀਂ ਹੋਇਆ। ਸਿਮਰਨ ਕਰਨ ਵਾਲੇ ਦੀ ਵਿਰੋਧਤਾ ਬੜੀ ਆਉਂਦੀ ਹੈ, ਮਿਹਣੇ ਬੜੇ ਆਉਂਦੇ ਨੇ, ਤਾਨੇ ਬੜੇ ਮਾਰਦੇ ਨੇ। ਬੜਾ ਨਾਮ ਜਪਣ ਵਾਲਾ ਵੇਖਿਆ, ਤੈਨੂੰ ਵੇਖਿਆ, ਘਰ ਦੇ ਵਿੱਚ ਤਾਨੇ ਮਾਰਦੇ ਨੇ, ਮਿਹਣੇ ਮਾਰਦੇ ਨੇ। ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਐਲਾਨੀਆ ਵਿਚਾਰ ਇਹ ਦਿੱਤਾ ਹੈ, ਨਾਮ ਜਪਣ ਵਾਲੇ ਦੀ ਨਿੰਦਾ ਹੁੰਦੀ ਹੈ, ਪਰ ਇੱਕ ਗੱਲ ਸਮਝਣ ਜੈਸੀ ਹੈ, ਤਾਨੇ ਮਿਹਣੇ ਨਿੰਦਾ ਦਾ ਜੋ ਅਸਰ ਕਬੂਲ ਕਰਦਾ ਹੈ, ਉਹ ਪੁਰਖ ਕੱਚਾ ਹੈ। ਉਹ ਤਾਨੇ ਮਿਹਣੇ ਮਾਰਨ ਵਾਲੇ ਤੇ ਨਿੰਦਾ ਕਰਨ ਵਾਲਿਆਂ ਤੋਂ ਕੋਈ ਉੱਪਰ ਨਹੀਂ ਉੱਠਿਆ, ਉਸ ਦਾ ਪੱਧਰ ਕੋਈ ਉੱਚਾ ਨਹੀਂ ਹੋਇਆ, ਜਿਹੜਾ ਤਾਨੇ ਮਿਹਣੇ ਨਿੰਦਾ ਦਾ ਅਸਰ ਕਬੂਲ ਕਰ ਰਿਹਾ ਹੈ ਤੇ ਛੱਡ ਰਿਹਾ ਹੈ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ, ਨਿੰਦਾ ਹੋਵੇਗੀ, ਪਰ ਐਸਾ ਪੁਰਖ ਆਪਣੇ ਉਸ ਗੁਣ ਨੂੰ ਗਵਾਉਂਦਾ ਨਹੀਂ। ਹਰਿ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰਿ ਜਨ ਕੀ, ਆਪਣਾ ਗੁਣ ਨਾ ਗਵਾਵੇ। ਸਿਮਰਨ ਕੀਤਿਆਂ ਧਰੂ ਤੇ ਪ੍ਰਹਿਲਾਦ, ਸੁਬਾ ਬੇਨਤੀ ਕੀਤੀ ਸੀ ਪ੍ਰਹਿਲਾਦ ਦੇ ਬਾਰੇ। ਜ਼ਿਕਰ ਧਰੂ ਦੇ ਵਾਸਤੇ ਵੀ ਇਸ ਤਰ੍ਹਾਂ ਦਾ ਭਾਈ ਸਾਹਿਬ ਗੁਰਦਾਸ ਜੀ ਨੇ ਕੀਤਾ ਹੈ। ਧਰੂ ਹਸਦਾ ਘਰ ਆਇਆ, ਕਰ ਪਿਆਰ ਪਿਉ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ। ਡੱਡੋ ਲੀਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿ ਸਰਿਤਾ। ਸੁਆਣੀ ਹਾਂ ਮੈਂ ਜਨਮ ਦੀ, ਨਾਮ ਨ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਪਰਮੇਸ਼ਰ ਆਰਾਧੀਏ, ਜਿੱਦੂ ਹੋਈਏ ਪਤਤ ਪੁਨੀਤਾ। ਬਾਹਰ ਚਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਹਾਰ ਚਲੇ ਗੁਰਮੁਖ ਜਗ ਜੀਤਾ। ਭਾਈ ਸਾਹਿਬ ਗੁਰਦਾਸ ਜੀ ਨੇ ਇੱਕ ਬੜੀ ਪ੍ਰੇਰਨਾਦਾਇਕ ਗੱਲ ਕੀਤੀ ਹੈ ਧਰੂ ਦੇ ਨਾਂ ਦੇ ਉੱਤੇ। ਬਾਪ ਦੀ ਗੋਦ ਦਾ ਮਾਣਨ ਦਾ ਹੱਕ ਹਰ ਬੱਚੇ ਨੂੰ ਹੈ,
पर मतरेई मां बर्दाश्त नहीं करदी। इस दे अर्थ हैं गुरु नानक दी गोद दे विच आउण दा हक हर सिख बच्चे नूं है। ते गुरु नानक दी गोद है ये सतसंग, गुरु की संगत, ये गुरु नानक दी गोद है। पर भैड़ी मत जिहड़ी है ना वो मतरेई मां दी तरह है, वो बैठण नहीं देंदी, वो टिकण नहीं देंदी। भैड़ी मत मतरेई मां चुक के बाहर सुट देंदी है, की कर रहा है इत्थे, चल बाहर चल, कोई और काम कर। वो ध्रुव रो पिया सी, असी ध्रुव कदी रोए नहीं है इस गलों। पर वो ध्रुव गजब का एक पुरख सी जिसका ना ही हो गया ध्रुव। ध्रुव का मतलब है जो अटल है, टलदा नहीं है, डोलदा नहीं है। ध्रुव का मतलब ही हो गया पुराणा दे जो टलदा नहीं, अटल है, जो दृढ़ है। सिमरन करने वाला अपने आप दे अंदर दृढ़ होंदा है। इसनों फिर दोहराना चाहूंदा है दास, ताकि ध्यान दे च आ जाए। सिमरन करन दा अर्थ है न समझना किसी ने पहाड़ पुटिया, हथेली ते रखिया, फूका मारिया ते पहाड़ उड़ गया। ऐसा कदी नहीं होया, कदी हो ही नहीं सकता। पहाड़ नहीं उड़ते सिमरन करन वालियां दे सामने, लेकिन पहाड़ वर्गा इरादा जेड़ा है मजबूत सिमरन करन वालियां दा अपना हो जाता है। झक्खड़ वाव न डोलई पर्वत मेहरान, वो आप सुमेर पर्वत वर्गा दृढ़ हो जाता है। कदी कदी कई चीज़ां बड़ियां खूबसूरत साडे इतिहास दे दर्ज हैं जो समझण जैसियां हैं। सिमरन मनुख दे अंदर दी दृढ़ता दा नाम है। सिमरन मनुख दे अंदर दे टिकाव दा नाम है। संसार उसे तरह रहेगा, बल्कि ज्यादा जालम हो जाएगा। जिन्हां शहीदां नूं अज तक असीं जाणदे हां, उन्हां शहीदां दे नां दे उत्ते आसा पासा जिहड़ा सी वो उन्हां दे हक विच सी, विरोधी से। भाई साहब मनी सिंह जी जैसे पुरख 90 सालां दी पूजन योग उम्र सी उन्हां दी, 90 सालां दी। आप दे ज्ञात वास्ते दास बेनती करे, भाई साहब मनी सिंह जी दा जन्म सन 1644 दे च होया सी। कलगीधर पातशाह दा प्रकाश सन 1666 दे च होया सी। 20 साल भाई साहब मनी सिंह जी उम्र विच वड्डे सन कलगीधर पातशाह दे। ते सन 1757 दे भाई साहब जी की शहादत हुई सी लाहौर दे नखास चौक दे, जेड़ा अजकल लाहौर दे चौक जेड़ा है कबाड़ियां दा चौक गिणिया जांदा है। मैं उत्थे जाके वेख्या है। पर गर्मी सी, भाई साहब मनी सिंह जी नूं पकड़ के लियांदा गया ते ये हुक्म होया इन्हां दा असीं बंद कट देना है। जल्लाद आया, लकड़ी दा गुटका रखिया, हाथ च टोका रखिया ते जल्लाद भाई साहब नूं कहंदा है, मनी सिंह असीं तेरा बंद कटना है ते हुक्म होया है, सरकारी हुक्म है। भाई साहब मनी सिंह जी कहन लगे, असीं भी सुन लिया है जो ये सरकारी हुक्म है, साडा बंद कटिया जाना है। जल्लाद कहंदा तुहानू डर नहीं लगदा? भाई साहब मनी सिंह जी कहन लगे, डर नां दी चीज जो सिख है उसके नेड़े नहीं आउंदी। जो डर जाए वो सिख नहीं होंदा, जो सिख है वो डरदा नहीं। क्योंकि निर्भव पुरख नाल जुड़ के उसका डर रहेगा किथे। जिन निर्भव जिन हर निर्भव त्याया जी, तिनका भव सब गावासी। जदों ये गुड़ुती मिली हुई है, निर्भव जपै सगल भव मिटै, प्रभ कृपा ते प्राणी छुटै, ये मिली हुई है, डर नहीं लगता। जल्लाद ने सोचा शायद भाई मनी सिंह अपना समा टपा रहे ने। गुटका लै दे उपर हथ रखिया ते जदों कट्टन लग्या हथेली
ਭਾਈ ਸਾਹਿਬ ਮਨੀ ਸਿੰਘ ਜੀ ਮੁਸਕਰਾ ਕੇ ਕਹਿਣ ਲੱਗੇ, ਜੱਲਾਦਾ ਤੈਨੂੰ ਬੰਦ ਕੱਟਣ ਦਾ ਹੁਕਮ ਹੋਇਆ ਹੈ ਤੇ ਤੈਨੂੰ ਪਤਾ ਨਹੀਂ ਬੰਦ ਕਿਹਨੂੰ ਕਹਿੰਦੇ ਨੇ? ਤੂੰ ਤੇ ਪੂਰੀ ਹਥੇਲੀ ਕੱਟਣ ਲੱਗਿਆ ਹੈ। ਬੰਦ ਕਹਿੰਦੇ ਨੇ ਜਿਸ ਜਗ੍ਹਾ ਦੇ ਉੱਤੇ ਜੋੜ ਹੈ, ਇੱਕ ਉਂਗਲ ਦੇ ਵਿੱਚ 3 ਜਗ੍ਹਾ ਤੇ ਜੋੜ ਜੁਆਇੰਟ ਹੈ, ਉਹ ਇੱਕ ਬੰਦ ਉਸ ਨੂੰ ਕੱਟ। ਜੱਲਾਦ ਹੋਰ ਹੈਰਾਨ ਹੋ ਗਿਆ, ਕਹਿੰਦੇ ਭਾਈ ਜੀ ਬੜੇ ਚਿਰਾਂ ਤੋਂ ਇਹ ਧੰਦਾ ਕਰ ਰਿਹਾ ਲੋਕਾਂ ਨੂੰ ਕੱਟਣ ਵੱਢਣ ਦਾ, ਜਿਹੜੇ ਵੀ ਆਉਂਦੇ ਨੇ ਉਹ ਤੇ ਰੋਂਦੇ ਪਿੱਟਦੇ ਨੇ, ਕਹਿੰਦੇ ਨੇ ਇੱਕ ਵਾਰੀ ਚ ਕੰਮ ਮੁਕਾ। ਪਰ ਤੁਸੀਂ ਅਜੀਬ ਹੋ, ਜਿਹੜਾ ਆਪ ਕਹਿ ਰਹੇ ਹੋ ਇੱਕ ਉਂਗਲ ਦੇ 3 ਬੰਦ ਹਨ ਉਸ ਨੂੰ ਤੂੰ ਕੱਟ। ਤੁਸੀਂ ਹੋ ਕੌਣ? ਕੀ ਕਰਨਾ ਚਾਹੁੰਦੇ ਹੋ? ਭਾਈ ਸਾਹਿਬ ਮਨੀ ਸਿੰਘ ਜੀ ਨੇ ਜੋ ਕਿਹਾ ਸੀ, ਪੰਜਾਬੀ ਦੇ ਇੱਕ ਸ਼ਾਇਰ ਨੇ ਨਾ ਉਸ ਨੂੰ ਆਪਣੇ ਅੱਖਰ ਦਿੱਤੇ ਨੇ ਬੜੇ ਕੀਮਤੀ। ਭਾਈ ਸਾਹਿਬ ਮਨੀ ਸਿੰਘ ਜੀ ਕਹਿਣ ਲੱਗੇ, ਅੰਗ ਅੰਗ ਤੇ ਮੇਰੇ ਤੂੰ ਕਾਤਲ, ਖੰਜਰ ਜਦੋਂ ਚਲਾਵੇਂਗਾ, ਕੱਟ ਕੱਟ ਕੇ ਬੰਦ ਮੇਰੇ ਤੂੰ ਧਰਤੀ ਜਦੋਂ ਵਗਾਵੇਂਗਾ। ਦਰਦ ਪਿਆਲੇ ਵਾਂਗ ਜਾਮ ਦੇ ਅਸੀਂ ਭਰ ਭਰ ਪੀਵਾਂਗੇ, ਸੁਣ ਕਾਤਲ ਅਸੀਂ ਦੋਨੋਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਕਾਤਲਾ ਅਸੀਂ ਦੋਨੋਂ ਮਿਲ ਕੇ ਇੱਕ ਤਮਾਸ਼ਾ ਹੀ ਲਾਣਾ ਹੈ, ਤੂੰ ਵੀ ਵੇਖੇਂਗਾ ਉਸੇ ਤਰ੍ਹਾਂ ਅਸੀਂ ਵੀ ਵੇਖਾਂਗੇ ਤੇ ਲੋਕੀ ਵੇਖਣਗੇ, ਕਿਉਂਕਿ ਸਿਮਰਨ ਦਾ ਸਦਕਾ ਸਰੀਰ ਤੋਂ ਉੱਪਰ ਉੱਠ ਗਏ, ਦੇ ਅਧਿਆਸ ਨਹੀਂ ਰਿਹਾ। ਤੂੰ ਕਰ ਜੋ ਕੁਝ ਕਰਨਾ ਕਰ, ਇਹ ਤਮਾਸ਼ਾ ਲਾਣਾ ਹੈ ਅਸੀਂ। ਸਿੱਖ ਇਤਿਹਾਸ ਕਹਿੰਦਾ ਭਾਈ ਸਾਹਿਬ ਮਨੀ ਸਿੰਘ ਜੀ ਦੇ ਗੁੱਸੇ ਦੇ ਜਾ ਕੇ ਉਸ ਜੱਲਾਦ ਨੇ ਇੱਕ ਉਂਗਲ ਦੇ 3 ਟੁਕੜੇ ਕੀਤੇ, ਦੂਜੀ ਦੇ ਤੀਜੀ ਦੇ ਟੋਕਾ ਮਾਰ ਮਾਰ ਕੇ ਬਾਂਹ ਤੱਕ ਉਸਨੇ ਜਿੱਥੇ ਜਿੱਥੇ ਜੋੜ ਸੀ ਅਲੱਗ ਕਰ ਦਿੱਤੇ। ਦੂਜੀ ਬਾਂਹ, ਦੋਨੋਂ ਲੱਤਾਂ ਦੇ ਵੀ ਇਸ ਤਰ੍ਹਾਂ ਉਸਨੇ ਟੁਕੜੇ ਟੁਕੜੇ ਕਰਕੇ ਅਲੱਗ ਕਰ ਦਿੱਤੇ। ਭਾਈ ਸਾਹਿਬ ਪਿੱਠ ਦੇ ਭਾਰ ਹੋ ਗਏ, ਖੂਨ ਨਾਲੇ ਸਾਰੇ ਭਰੇ ਗਏ। ਸਿੱਖ ਇਤਿਹਾਸ ਕਹਿੰਦਾ ਜੱਲਾਦ ਨੇ ਜਦੋਂ ਚਿਹਰਾ ਵੇਖਿਆ, ਉਹ ਚਿਹਰਾ ਅਜੇ ਵੀ ਭਖ ਰਿਹਾ ਸੀ ਤੇ ਨੂਰ ਦੇ ਵਿੱਚ ਸੀ, ਜਲਾਲ ਸੀ ਭਾਈ ਸਾਹਿਬ ਜੀ ਦੇ ਚਿਹਰੇ ਦੇ ਉੱਤੇ। ਜੱਲਾਦ ਇੱਕ ਵਾਰੀ ਦਹਿਲ ਗਿਆ, ਕਹਿੰਦਾ ਭਾਈ ਜੀ ਕਿ ਤੁਹਾਡੇ ਚਿਹਰੇ ਤੇ ਐਡਾ ਨੂਰ ਕਿਸ ਤਰ੍ਹਾਂ ਹੈ? ਖੂਨ ਦੇ ਵਿੱਚ ਲੱਥਪੱਥ ਹੋਏ ਹੋ, ਦੋਨੋਂ ਬਾਹਾਂ ਦੋਨੋਂ ਲੱਤਾਂ ਤੁਹਾਡੀਆਂ ਅਲੱਗ ਹੋ ਗਈਆਂ, ਪਰ ਤੁਹਾਡੇ ਚਿਹਰੇ ਦੀ ਰੌਣਕ ਅਜੇ ਨਹੀਂ ਵੇਖੀ ਜਾਂਦੀ, ਇਤਨਾ ਨੂਰ ਕਿਉਂ ਹੈ? ਕਿਸ ਤਰ੍ਹਾਂ ਹੈ? ਤੁਸੀਂ ਹੋ ਕੌਣ ਅਸਲ ਦੇ ਵਿੱਚ? ਇਹ ਦੱਸੋ। ਭਾਈ ਸਾਹਿਬ ਮਨੀ ਸਿੰਘ ਜੀ ਨੇ ਉਸ ਵਕਤ ਜੋ ਕਿਹਾ, ਪੰਜਾਬੀ ਦੇ ਸ਼ਾਇਰ ਦੇ ਇਹ ਗੱਲਾਂ ਵੀ ਬੜੀਆਂ ਗਜ਼ਬ ਦੀਆਂ ਹਨ। ਭਾਈ ਸਾਹਿਬ ਮਨੀ ਸਿੰਘ ਜੀ ਉਸ ਵਕਤ ਕਹਿਣ ਲੱਗੇ, ਤੈਨੂੰ ਨਹੀਂ ਪਤਾ ਅਸੀਂ ਕੌਣ ਹਾਂ? ਤਾਂ ਸੁਣ ਅਸੀਂ ਕੌਣ ਹਾਂ। ਸੂਲ ਸੁਰਾਹੀ ਖੰਜਰ ਪਿਆਲਾ ਜਿਸਨੇ ਆਖ ਸੁਣਾਇਆ ਹੈ, ਬਿੰਗ ਕਸਾਈਆਂ ਦਾ ਸੈਨਾ ਜਿਸ ਸਦ ਮਾਹੀ ਦਾ ਲਾਇਆ ਹੈ, ਉਸ ਮੁਰਸ਼ਦ ਦੇ ਚੇਲੇ ਹਾਂ ਇਹ ਸਾਬਤ ਕਰ ਦਿਖਲਾਵਾਂਗੇ, ਸੁਣ ਕਾਤਲ ਅਸੀਂ ਦੋਨੋਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਤੈਨੂੰ ਨਹੀਂ ਪਤਾ ਅਸੀਂ ਕੌਣ ਆ? ਜਿਸਨੇ ਮਸਤੀ ਦੇ ਗੀਤ ਗਾਏ ਨੇ ਮਾਛੀਵਾੜੇ ਦੇ ਜੰਗਲ ਦੇ ਵਿੱਚ, ਉਸ ਮੁਰਸ਼ਦ ਦੇ ਚੇਲੇ ਹਾਂ, ਮੁਰੀਦ ਹਾਂ, ਇਹ ਸਾਬਤ ਕਰਕੇ ਤੈਨੂੰ ਦਿਖਾ ਦੇਾਂਗੇ। ਜੱਲਾਦ ਨੇ ਇੱਕ ਹੋਰ ਸਵਾਲ ਕਰ ਦਿੱਤਾ, ਮਨੀ ਸਿੰਘ ਕੋਈ ਕਿਸੇ ਦਾ ਮੁਰੀਦ ਇਸ ਵਾਸਤੇ ਬਣਦਾ ਹੈ ਤਾਂ ਕਿ ਮੁਰਾਦਾਂ ਪੂਰੀਆਂ ਹੋਣ। ਤੇ 2 ਅੱਖਰ ਦਾਸ ਨੂੰ ਦੌਰਾਨ ਦੀ ਆਗਿਆ ਦਿਓ। ਮੁਰੀਦ ਇਸ ਵਾਸਤੇ ਬਣਦਾ ਹੈ ਤਾਂ ਕਿ ਮੁਰਾਦਾਂ ਪੂਰੀਆਂ ਹੋਣ, ਮਨੋਕਾਮਨਾ ਪੂਰੀਆਂ ਹੋਣ। ਤੇ ਆਮ ਆਦਮੀ ਦੇ ਅੰਦਰ ਦੀ ਮੁਰਾਦ ਕੀ ਹੁੰਦੀ ਹੈ, ਮਨੋਕਾਮਨਾ ਕੀ ਹੁੰਦੀ ਹੈ, ਹਰ ਆਦਮੀ ਜਾਣਦਾ ਹੈ। ਜੱਲਾਦ ਕਹਿੰਦਾ ਕਿਸੇ ਪੀਰ ਦਾ ਕੋਈ ਸ਼ਰਧਾਲੂ ਹੋਏ, ਮੁਰੀਦ ਦਾ ਬਣੇ, ਮੁਰਾਦਾਂ ਪੂਰੀਆਂ ਕਰਵਾਉਣ ਵਾਸਤੇ ਹੋਏ, ਸਭ ਕੁਝ ਕਰਦਾ ਹੈ, ਪਰ ਜਿਸ ਦੀ ਤੁਸੀਂ ਸਾਬਤ ਕਰਨਾ ਚਾਹ ਰਹੇ ਹੋ ਨਾ, ਉਸ ਮੁਰਸ਼ਦ ਦੇ ਮੁਰੀਦ ਬਣ ਕੇ ਮੁਰਾਦਾਂ ਤਾਂ ਇੱਕ ਪਾਸੇ, ਤੁਹਾਡੇ ਤਾਂ ਖੂਨ ਹੋ ਰਹੇ ਨੇ, ਤੁਹਾਡੇ ਤਾਂ ਬੰਦ ਕੱਟੇ ਜਾ ਰਹੇ ਨੇ। ਤੁਸੀਂ ਅਜੀਬ ਕਿਸਮ ਦੇ
ਮੁਰੀਦ ਬਣੇ ਹੋਏ ਹੋ, ਮੁਰਾਦਾਂ ਪੂਰੀਆਂ ਕਰਵਾਉਂਦੇ ਨਹੀਂ ਤੇ ਬੰਦ ਕਟਵਾ ਜਾਂਦੇ ਹੋ। ਐਸਾ ਤਾਂ ਅੱਜ ਤੱਕ ਕੋਈ ਮੁਰੀਦ ਨਹੀਂ ਵੇਖਿਆ। ਪੂਜਾ ਇਸ ਵਾਸਤੇ ਕਰਦਾ ਹੈ ਤਾਂ ਕਿ ਮੇਰੀ ਮੁਰਾਦ ਪੂਰੀ ਹੋ ਜਾਏ, ਤੇ ਲੋਕੀ ਮੁਰਾਦਾਂ ਵਾਸਤੇ ਹੀ ਮੁਰੀਦ ਬਣਦੇ ਨੇ, ਕਿਸੇ ਹੋਰ ਚੀਜ਼ ਵਾਸਤੇ ਨਹੀਂ ਬਣਦੇ। ਜੇ ਪਤਾ ਚੱਲੇ ਨਾ ਬਈ ਇਸ ਕਾਲੇ ਪੱਥਰ ਨੂੰ ਪੂਜ ਕੇ ਮੇਰੀ ਮੁਰਾਦ ਪੂਰੀ ਹੋਏਗੀ ਤਾਂ ਉੱਥੇ ਵੀ ਪੂਜਨ ਚਲਾ ਜਾਂਦਾ ਹੈ। ਜੇ ਕੋਈ ਆਦਮੀ ਕਹੇ ਨਾ ਤੁਸੀਂ ਖੀਰ ਖਾਓ ਬਹੁਤ ਤੇ ਤੁਹਾਡੀ ਮੁਰਾਦ ਪੂਰੀ ਹੋਵੇਗੀ, ਖੀਰ ਵੀ ਖਾਣਾ ਸ਼ੁਰੂ ਕਰ ਦਿੰਦੇ ਨੇ। ਟੈਲੀਵਿਜ਼ਨ ਤੇ ਵੇਖਦੇ ਹੋ ਨਾ ਉਹਨਾਂ ਦੀ ਹਾਲਤ, ਜਿਹੜੇ ਬਾਬੇ ਬੈਠੇ ਹੁੰਦੇ ਨੇ, ਕਿਤਨਾ ਸ਼ੂਗਰ ਵੱਧ ਜਾਏ ਕੋਈ ਪਰਵਾਹ ਨਹੀਂ, ਪਰ ਮੁਰੀਦ ਨੂੰ ਮੁਰਾਦ ਪੂਰੀ ਹੋਣੀ ਚਾਹੀਦੀ ਹੈ। ਜੱਲਾਦ ਕਹਿੰਦਾ ਗਜ਼ਬ ਦੇ ਤੁਸੀਂ ਪੁਰਖ ਹੋ, ਜਿਸ ਨੂੰ ਸਾਬਤ ਕਰਨਾ ਚਾਹੁੰਦੇ ਹੋ। हैरान हो जाते हैं असी बई किस चीज़ वास्ते साबित करना चाहते हो। भाई साहब मनी सिंह जी बड़े खिड़खिड़ा के हस पे कहन लगे जल्लादा तू साडे कोल पुछदे असी की साबित ते क्यों साबित करना चाहते हैं। मैं तेरे कोल पुछदा तू लोकां दा कतल क्यों करदा है, तू दस तैनू की मिलदा है। कहंदे ने जल्लाद दा चेहरा पीला पिया, उदास होया ते कहन लगा भाई साहब असी लोकां दा कतल क्यों करदे हां, ये पापी पेट लग्या होया है, टब्बर है, बच्चे हैं, उन्हां दी पालना पोसना करनी होंदी है। इस वास्ते लोकां दे कतल करन दा धंधा करदे हां असी, रोजगार है। बड़े लोकी बड़े ही निखिद जीवन जीवदे ने, लोकां नूं कतल करन दा रोजगार करदे ने, रोजी करदे ने। इस तो नीवें पद्धर दी किहड़ी गल हो सकदी है। कतल करके इनाम लैंदे ने, कतल करके निर्दोषां दे पोस्ट ते पोजीशन बनाउंदे ने, ओहदे प्राप्त करदे ने। वेखदे हो तुसीं आसे पासे किस तरह दे आदमी आउंदे ने, इन्हां कोल आत्मा नां दी चीज़ ही नहीं होंदी। आऊं समझो मुरदे रस्ते दे च तुरदे फिरदे तुसीं वेखोगे वो आदमी जिन्हां दा रोजगार लोकां नूं कतल करन दे च है। जल्लाद उदास हो गया, रोटी कमानी है, टब्बर पालना है, पापी पेट दा सवाल है, इस वास्ते लोकां नूं कतल करन दा रोजगार करदा। कहंदे ने उस हालत दे च भाई साहब मनी सिंह जी खिड़खिड़ा के हस पे। हसदे हुए कहते ने जल्लादा फिर तू सुन, तू कतल करदा असी शहीद होंदे आ, ते जिहड़ी साडी शहादत है ना उसका सानू फल की मिलता है। पंजाबी दे शायर दे वो लाइनां बड़ियां कमाल दियां हैं, काबिले शुनीद हैं, सुनन जैसियां हैं। भाई साहब मनी सिंह जी उस वक्त कहन लगे तू आखे टुकड़े दा नौकर, मालक हुक्म मनांदा हां, मैं जीवन दा मांगत तिसनू पिया रिझांदा हां। तेरी तलब रुपये असी जीवन पदवी पावांगे, सुन कातल असी दोनों रल मिल अजब तमाशा लावांगे। कातला तू कतल करके, जल्लादा तू कतल करके 4 कोडियां नहीं मिलणगियां तैनू, पर जोड़ा साडे नाल बीतेगा ना असी तो जीवन पदवी प्राप्त कर लवांगे। जीवन पदवी तेरा ना नहीं होवेगा, पर मेरे मालक ने साडी याद हमेशा वास्ते कायम रखनी है। सिमरन करन वाले दा अपना हिरदा, अपना जिगरा, अपना जीवन पहाड़ वर्गा हुंदा है। पहाड़ नहीं उड़दे, वो पहाड़ां वर्गा आप हो जाता है। जदों इस गल नूं असीं समझांगे तो सिमरन की प्रेरणा साडे हिरदे च बैठेगी। ध्रुव ते प्रहलाद एक इस तरह के बच्चे सन जिन्हां दा आसा पासा उन्हां दे हक च नहीं सी, विरोधी से, बिल्कुल विरोधी से, पर उन्हां दे अंदर दी सिमरन की दृढ़ता वो कमाल दी सी। पहली प्रेरणा इस वास्ते दिती है, इन्हां 2 बच्चियां नूं अगे रख के राम जपो जी ऐसे ऐसे, ध्रुव प्रहलाद जपियो हर जैसे। समा ज्यादा नहीं लैंदा। दूजा विशा है गुरु ग्रंथ साहब जी महाराज की बाणी दे
सिमरन ना करन वालियां नूं ताड़ना। बड़ी संखेप विच एक पंक्ति राही समझ सकते हैं, चूंकि लंबी ना होए। जिहड़े सिमरन नहीं करते उन्हां वास्ते गुरु रामदास सतगुरु जी की ताड़ना जदों कीती तां कोई कसर नहीं छोड़ी, कसर नहीं छोड़ी। वो बचन पढ़ते सुनते भी हर आदमी नूं महसूस होता है, सच्चा पातशाह सिमरन जो नहीं करते उन्होंने ताड़ना कितनी करते ने। जिन हर हिरदे नाम ना बसियो, तिन मात कीचै हर बांझा, तिन सुनी दे फिरे बिन नामै ओए खप खप मुए करांजा। अनंत शब्द हैं जिस दे राही ये कह सकते हैं सतगुरु सच्चा पातशाह ने नाम ना जपण वालियां नूं ताड़ना कितनी कीती है। तीजा विशा है गुरु ग्रंथ साहब जी महाराज दे च नाम जपण वालियां दी वडियाई दा। संखेप विच सच्चे पातशाह ने एक गल कह दी है जिस दे विच सारियां गल्लां आ जांदियां ने। जिन्हां ने नाम जपिया है दरगाह तक उन्हां दा मुख उजला है। जीवन दी बाजी जितण वाले वो सूरमे पुरख हैं। श्लोक पढ़दे ना तो उसके सच्चे पातशाह ने यही गल संखेप विच लेकिन पूरे बीज रूप विच कह दी है। जिन्नी नाम त्याया गए मशक्कत काल, नानक ते मुख उजले केती छुट्टी नाल। जिन्हां ने नाम ध्याया है उन्हां दी मेहनत काबिले कबूल हो गई, परवान चढ़ गई, मशक्कत कबूल हो गई, मुख उजला हो गया। कला अपना ही नहीं, जेड़ा इस नाम दे पिछे उन्हां तो प्रेरणा लैके चल पएगा पता नहीं कितनियां दा छुटकारा हो जाएगा। सिमरन अंदर सेवा बाहर, तीन विषय है। नाम जपण दी प्रेरणा, नाम ना जपण वालियां नूं ताड़ना, नाम जपण वालियां दी वडियाई। दूसरा है सेवा। सेवा की है, कैसी है, किस तरह दी है, इसनूं दास कल दे वक्त आप जी दे सामने बेनती करेगा ताकि अगला प्रोग्राम भी जेड़ा उलीकिया होया है, लिस्ट बनाई हुई है, उस लिस्ट के मुताबिक आप सरवण करते रहो तो प्रबंधकों को भी थोड़ा जिहा आसानी हो सके। तो ये अपने मन दे च रखना, सिख नूं दो चीज़ों की दात दी है, अंदर सिमरन बाहर सेवा। सिमरन बाहर नहीं हो सकता, सेवा अंदर नहीं हो सकती। अंदर सेवा किस दी करेगा? सेवा वास्ते तो बाहर चाहिदा है। विच दुनिया सेव कमाईए तां दरगाह बैसन पाईए, कहु नानक बाण लुटाईए। सिमरन अंदर सेवा बाहर। गुरु कृपा करे सेवा दी गल थोड़ी जी जो गुरमत ने कही है, दास नूं समझ आई है, उस दी सुबह दे दीवान दे आप नाल दास सांझ करेगा। भुलां चुकां दी खिमा, सारे आसीसां दी खैर पाउंदे होए गजवज के फतेह बुलाओ जी। वाहिगुरु जी का खालसा, वाहिगुरु जी की फतेह। सेवा ਅਤੇ सिमरन जो कि साडे गुरमत दा गुरु ग्रंथ साहब जी महाराज दे च नाम जपण वालियां दी वडियाई दा। संखेप विच सच्चे पातशाह ने एक गल कह दी है जिस दे विच सारियां गल्लां आ जांदियां ने। जिन्हां ने नाम जपिया है दरगाह तक उन्हां दा मुख उजला है। जीवन दी बाजी जितण वाले वो सूरमे पुरख हैं। श्लोक पढ़दे ना तो उसके सच्चे पातशाह ने यही गल संखेप विच लेकिन पूरे बीज रूप विच कह दी है। जिन्नी नाम त्याया गए मशक्कत काल, नानक ते मुख उजले केती छुट्टी नाल। जिन्हां ने नाम त्याया है उन्हां दी मेहनत
काबिले कबूल हो गई, परवान चढ़ गई, मशक्कत कबूल हो गई, मुख उजला हो गया, कला अपना ही नहीं, जेड़ा इस नाम दे पिछे उन्ना तो प्रेरणा लैके चल पएगा, पता नहीं कितने दा छुटकारा हो जाएगा। सिमरन अंदर, सेवा बाहर, 3 विषय है। नाम जपण दी प्रेरणा, नाम ना जपण वालियां नूं ताड़ना, नाम जपण वालियां दी वडियाई। दूसरा है सेवा। सेवा की है, कैसी है, किस तरह दी है, इसनूं दास कल दे वक्त आप जी दे सामने बेनती करेगा, ताकि अगला प्रोग्राम भी जेड़ा उलीकिया होया है, लिस्ट बनाई हुई है, उस लिस्ट के मुताबिक आप सरवण करते रहो, तो प्रबंधकों को भी थोड़ा जिहा आसानी हो सके। तो ये अपने मन दे च रखना, सिख नूं 2 चीज़ों की दात दी है, अंदर सिमरन, बाहर सेवा। सिमरन बाहर नहीं हो सकता, सेवा अंदर नहीं हो सकती। अंदर सेवा किस दी करेगा? सेवा वास्ते तो बाहर चाहिदा है। विच दुनिया सेव कमाईए, तां दरगाह बैसन पाईए, कहु नानक बाण लुटाईए। सिमरन अंदर, सेवा बाहर। गुरु कृपा करे सेवा दी गल थोड़ी जी जो गुरमत ने कही है, दास नूं समझ आई है, उस दी सुबह दे दीवान दे आप नाल दास सांझ करेगा। भुलां चुकां दी खिमा, सारे आसीसां दी खैर पाउंदे होए गजवज के फतेह बुलाओ जी। वाहिगुरु जी का खालसा, वाहिगुरु जी की फतेह।